599 किलोमीटर लंबा नैशनल हाईवे दिल्ली तो कटड़ा वाया अमृतसर का काम शुरू होने जा रहा है ਅਤੇ तकरीबन 40,000 करोड़ की लागत नाल ਤਿਆਰ ਹੋਣ ਵਾਲਾ ਹਾਈਵੇ ਇੱਕ 4 ਲੇਨ ਹਾਈਵੇ ਹੋਵੇਗਾ ਅਤੇ 2024 ਦੇ ਦਸੰਬਰ ਤੱਕ ਇਸ ਪ੍ਰੋਜੈਕਟ ਦੇ ਕੰਮ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈਗਾ, ਜਿਹੜਾ ਕਿ 699 ਕਿਲੋਮੀਟਰ ਲੰਬਾ ਐਕਸਪ੍ਰੈਸਵੇ ਹੈਗਾ। ਇਸ ਦੀ ਜਿਹੜੀ ਲੰਬਾਈ ਹੈਗੀ ਹੈ ਇਹ ਪੰਜਾਬ ਦੇ ਵਿੱਚ ਤਕਰੀਬਨ 350 ਕਿਲੋਮੀਟਰ ਹੈ, ਕਿਉਂਕਿ ਦਿੱਲੀੋਂ ਸ਼ੁਰੂ ਹੁੰਦਾ ਹੈ। ਜਦੋਂ ਇਹ ਪੰਜਾਬ ਦੇ ਵਿੱਚ ਆਉਂਦਾ ਤਾਂ ਇਹਨੂੰ ਅਸੀਂ ਵਾਈ ਸ਼ੇਪ ਦਾ ਨਾਮ ਦਿੱਤਾ ਗਿਆ ਹੈਗਾ, ਕਿਉਂਕਿ ਪੰਜਾਬ ਦੇ ਨਕੋਦਰ ਕੋਲ ਆ ਕੇ ਇੱਕ 100 ਕਿਲੋਮੀਟਰ ਦੀ ਜਿਹੜੀ ਲਾਈਨ ਹੈਗੀ ਹੈ ਇਸ ਐਕਸਪ੍ਰੈਸ ਦੀ, ਉਹ ਅੰਮ੍ਰਿਤਸਰ ਦੇ ਰਾਜਾ ਸਾਂਸੀ ਜਿਹੜਾ 에ਅਰਪੋਰਟ ਹੈਗਾ ਉੱਥੇ ਤੱਕ ਕੱਢੀ ਗਈ ਹੈਗੀ ਹੈ ਅਤੇ ਪੰਜਾਬ ਦੇ ਵਿੱਚ ਆ ਕੇ ਵਾਈ ਸ਼ੇਪ ਦਾ ਲੈ ਲੈਂਦਾ ਹੈਗਾ। ਅਤੇ ਇਸ ਨੂੰ ਧਾਰਮਿਕ ਐਕਸਪ੍ਰੈਸਵੇ ਕਿਹਾ ਜਾਂਦਾ, ਕਿਉਂਕਿ ਇਹ ਜਿੱਥੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਾਏਗਾ, ਉੱਥੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗਾ, ਖੰਡੂਰ ਸਾਹਿਬ ਦੇ ਦਰਸ਼ਨ ਕਰਾਏਗਾ, ਉਸ ਦੇ ਨਾਲ ਗੋਇੰਦਵਾਲ ਸਾਹਿਬ ਦਾ ਦਰਸ਼ਨ ਕਰਾਏਗਾ, ਕਰਤਾਰਪੁਰ ਸਾਹਿਬ ਲੈ ਕੇ ਜਾਏਗਾ ਅਤੇ ਇਹਨੂੰ ਧਾਰਮਿਕ ਐਕਸਪ੍ਰੈਸਵੇ ਵੀ ਕਿਹਾ ਜਾ ਰਿਹਾ ਹੈਗਾ। ਇਹਦਾ ਨਿਰਮਾਣ ਕਾਰਿਆ ਜਿਹੜਾ ਹੈਗਾ ਉਹ ਬੜੀ ਤੇਜ਼ੀ ਨਾਲ ਚੱਲ ਰਿਹਾ ਹੈਗਾ ਅਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 45% ਤੱਕ ਪੂਰਾ ਕਰ ਲਿਆ ਹੈ। ਤਕਰੀਬਨ 15,000 ਏਕੜ ਜ਼ਮੀਨ ਜਿਹੜੀ ਸੀ ਐਕਵਾਇਰ ਕੀਤੀ ਜਾਣੀ ਸੀਗੀ, ਜਿਹਦੇ ਪਰ 4,000 ਕਰੋੜ ਰੁਪਏ ਲੱਗਣਾ ਸੀਗਾ। ਹੁਣ ਤੱਕ 3200 ਕਰੋੜ ਰੁਪਏ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਦਿੱਤਾ ਗਿਆ। ਸਿਰਫ ਇੱਕ ਗੁਰਦਾਸਪੁਰ ਦੀ ਜਿਹੜੀ ਬੈਲਟ ਹੈਗੀ ਹੈ ਉਸ ਏਰੀਏ ਦੇ ਵਿੱਚ ਕੰਮ ਨਹੀਂ ਸ਼ੁਰੂ ਹੋ ਚੁੱਕਿਆ, ਬਾਕੀ ਸਭ ਜਗ੍ਹਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ। ਜਿਹੜੇ ਦਰਿਆ ਆਣੇ ਨੇ, ਜਿਹੜੇ ਹੋਰ ਰੇਲਵੇ ਓਵਰਬ੍ਰਿਜ ਜਾਣੇ ਨੇ, ਉੱਥੇ ਹੀ ਪੁਲ ਬਣਾਏ ਜਾਣੇ ਨੇ। ਤਕਰੀਬਨ ਵੱਡੇ ਜਿਹੜੇ ਨੇ 17 ਬ੍ਰਿਜ ਬਣਾਏ ਜਾਣੇ ਨੇ ਅਤੇ ਰੇਲਵੇ ਓਵਰਬ੍ਰਿਜ ਦੇ 10 ਪੁਲ ਬਣਾਏ ਜਾਣੇ ਨੇ। ਇਸ ਦੇ ਨਾਲ ਹੀ 16 ਇੰਟਰਚੇਂਜ ਜੰਕਸ਼ਨਾਂ ਬਣਨੇ ਨੇ ਅਤੇ ਇਸ ਦੇ ਨਾਲ ਹੀ 17 ਜਿਹੜੇ ਇਸ ਨੇ ਉਹ ਜੰਕਸ਼ਨ ਬਣਾਏ ਜਾਣੇ ਨੇ, ਜਿੱਥੇ ਕਿ ਹੋਰ ਰੋਡ ਜਿਹੜੀਆਂ ਨੇ ਉਹਨਾਂ ਨੂੰ ਇਹਦੇ ਨਾਲ ਜੋੜਿਆ ਜਾ ਸਕੇ। ਇਸ ਹਾਈਵੇ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹਾਈਵੇ ਜਿਸ ਤਰ੍ਹਾਂ ਬਣਾਇਆ ਜਾਣਾ ਹੈਗਾ ਉਹਦੇ ਵਿੱਚ ਟੋਲ ਨਹੀਂ ਹੋਏਗਾ, ਓਪਨ ਟੋਲ ਨਹੀਂ ਹੋਏਗਾ, ਬਲਕਿ ਤੁਸੀਂ ਇੱਕ ਵਾਰ ਟੋਲ ਦੇ ਕੇ ਜਦੋਂ ਤੁਸੀਂ ਬਾਹਰ ਨਿਕਲੋਗੇ ਰੋਡ ਨੂੰ ਛੱਡ ਕੇ ਤਾਂ ਤੁਹਾਨੂੰ ਟੋਲ ਦੇਣਾ ਪਵੇਗਾ। ਹਰ ਜਗ੍ਹਾ ਦੇ ਉੱਪਰ ਟੋਲ ਤੁਹਾਨੂੰ ਨਹੀਂ ਦੇਣਾ ਪੈ ਸਕਦਾ ਹੈਗਾ। ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਰੋਡ ਦੇ ਉੱਪਰ ਪਸ਼ੂ ਨਾ ਆਉਣ, ਇਸ ਦੇ ਵਾਸਤੇ ਰੋਡ ਦੇ ਦੋਨੇ ਪਾਸੇ ਜਿਹੜੀ ਹੈਗੀ ਆ ਉਹ ਦੀਵਾਰ ਬਣਾਈ ਜਾ ਰਹੀ ਹੈਗੀ ਆ। ਔਰ ਇਹ ਰੋਡ ਜਿਹੜਾ ਹੈਗਾ ਇਹ ਜ਼ਮੀਨ ਤੋਂ ਤਕਰੀਬਨ ਮੌਜੂਦਾ ਜਿਹੜੀ ਜ਼ਮੀਨ ਹੈਗੀ ਉਸ ਤੋਂ 3 ਤੋਂ 5 ਮੀਟਰ ਤੱਕ ਉੱਚਾ ਹੋਵੇਗਾ ਔਰ ਜਿੰਨੀਆਂ ਵੀ ਮੌਜੂਦਾ ਸੜਕਾਂ ਨੇ ਉਹ ਸਾਰੀਆਂ ਇਹਦੇ ਨੀਚੋਂ ਲੰਘਣੀਆਂ, ਇਹ ਉਹਨਾਂ ਦੇ ਉੱਪਰ ਤੇ ਹੋ ਕੇ ਜਾਵੇਗਾ। ਇਸ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ। 45% ਜਿਹੜਾ ਕੰਮ ਹੈ ਪੂਰਾ ਕਰ ਲਿੱਤਾ ਗਿਆ ਹੈਗਾ ਅਤੇ ਜੋ ਟੀਚਾ ਰੱਖਿਆ ਗਿਆ ਕਿ ਇਹਨੂੰ ਦਸੰਬਰ 2024 ਤੱਕ ਪੂਰਾ ਕਰ ਦਿੱਤਾ ਜਾਵੇ। ਅੱਜ ਸਾਨੂੰ ਅਸੀਂ ਆਪਣੀ ਗਰਾਊਂਡ ਰਿਪੋਰਟ ਦੇ ਵਿੱਚ ਇਸ ਪੂਰੇ ਹਾਈਵੇ ਦੇ ਬਾਰੇ ਜਾਣ ਕੇ ਦੇਵਾਂਗੇ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹਾਈਵੇ ਕਿਸ ਜਗ੍ਹਾ ਦੇ ਉੱਪਰ ਬਣਾਇਆ ਜਾ ਰਿਹਾ ਹੈਗਾ ਅਤੇ ਇਹਦੀ ਕਿਆ ਇਸ ਟਾਈਮ ਪੋਜੀਸ਼ਨ ਹੈਗੀ ਹੈ। ਦਿੱਲੀ ਤੋਂ ਲੈ ਕੇ ਕਟੜਾ ਤੱਕ ਇਸ ਸਮੇਂ ਪੂਰੇ ਮਾਰਗ ਦਾ ਕੰਮ 18 ਪੈਕੇਜਾਂ 'ਚ ਵੰਡਿਆ ਗਿਆ ਅਤੇ ਹਰਿਆਣਾ 'ਚ ਤਾਂ ਤਕਰੀਬਨ 60% ਦਾ ਕੰਮ ਪੂਰਾ ਵੀ ਹੋ ਚੁੱਕਾ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਲਗਭਗ 385 ਕਿਲੋਮੀਟਰ ਦਾ ਰਾਹ ਗੁਜ਼ਰੇਗਾ। ਪੰਜਾਬ 'ਚ ਇਹ ਰੋਡ ਵੀ ਸ਼ੇਪ ਦਿਖਾਈ ਦੇਵੇਗਾ ਅਤੇ ਇੱਕ ਹਿੱਸਾ ਕਰੀਬ 285 ਕਿਲੋਮੀਟਰ ਹੈ ਅਤੇ ਅੰਮ੍ਰਿਤਸਰ ਨੂੰ ਜੋੜਨ ਵਾਲਾ ਹਿੱਸਾ ਲਗਭਗ 100 ਕਿਲੋਮੀਟਰ ਲੰਬਾ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਕਟੜਾ ਅੰਮ੍ਰਿਤਸਰ ਦਿੱਲੀ ਦਾ ਜੋ ਰੋਡ ਬਣਾਇਆ ਜਾ ਰਿਹਾ ਉਹਦੀ ਤਕਰੀਬਨ ਜਿਹੜੀ ਲੰਬਾਈ ਹੈ 699 ਕਿਲੋਮੀਟਰ ਹੈਗੀ ਹੈ। ਉਹਨਾਂ ਵਿੱਚੋਂ 599 ਕਿਲੋਮੀਟਰ ਜਿਹੜਾ ਕੈਰੇਜ ਹੈਗਾ ਉਹ ਕਟੜਾ ਤੋਂ ਦਿੱਲੀ ਦਾ ਹੈ, ਜਦਕਿ 100 ਕਿਲੋਮੀਟਰ ਜਿਹੜਾ ਕੈਰੇਜ ਅਲੱਗ ਤੋਂ ਹੈਗਾ, ਜਿਹੜਾ ਕਿ ਸਤਲੁਜ ਦੇ ਦਰਿਆ ਦੇ ਕੰਢੇ ਮਾਨੇਵਾਲ ਤੋਂ ਸ਼ੁਰੂ ਹੁੰਦਾ ਹੈਗਾ, ਜੋ ਅੰਮ੍ਰਿਤਸਰ ਅਲੱਗ ਤੋਂ ਜਾਏਗਾ। ਮਤਲਬ ਕਿ ਅਗਰ ਇਸ ਰੋਡ ਨੂੰ ਕਹੀਏ ਤਾਂ ਇਹ ਰੋਡ ਪੂਰੀ ਜਿਹੜੀ ਹੈਗੀ ਇਹਦੀ ਸ਼ੇਪ ਵਾਈ ਸ਼ੇਪ ਬਣ ਜਾਂਦੀ ਹੈ ਦਿੱਲੀ ਤੱਕ ਨੂੰ। ਅਤੇ ਜਿਹੜਾ ਇਹ ਮਾਨੇਵਾਲ ਤੋਂ ਰੋਡ ਜਾਏਗਾ ਇਹ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਨੂੰ ਹੋ ਕੇ, ਖੰਡੂਰ ਸਾਹਿਬ ਨੂੰ ਹੋ ਕੇ, ਜੰਡਿਆਲਾ ਗੁਰੂ ਨੂੰ ਹੋ ਕੇ, ਅੰਮ੍ਰਿਤਸਰ ਦੇ ਲਾਗੇ ਨੂੰ ਹੁੰਦਾ ਹੋਇਆ, ਨਕੋਦਰ ਕੋਲ ਨੂੰ ਹੁੰਦਾ ਹੋਇਆ, ਅੰਮ੍ਰਿਤਸਰ ਨੂੰ ਹੁੰਦਾ ਹੋਇਆ ਇਹ ਰਾਜਾ ਸਾਂਸੀ ਜਿਹੜਾ 에ਅਰਪੋਰਟ ਨੂੰ ਜੋੜੇਗਾ, ਤਾਂ ਕਿ ਜੋ ਵੀ ਸੰਗਤ ਹੈਗੀ ਹੈ ਚਾਹੇ ਉਹ ਰਾਜਾ ਸਾਂਸੀ 에ਅਰਪੋਰਟ ਤੋਂ ਆਉਣੇ ਵਾਲੀ ਹੈ ਤਾਂ ਉਹਨਾਂ ਨੂੰ ਵੀ ਇੱਕ ਆਸਾਨ ਰਸਤਾ ਮਿਲ ਸਕੇ ਔਰ ਉਹ ਗੁਰਧਾਮਾਂ ਦੇ ਦਰਸ਼ਨ ਕਰ ਸਕੇ। ਉਹਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਜਾਣਾ ਹੈਗਾ ਤਾਂ ਉੱਥੇ ਵੀ ਜਾ ਸਕਣ। ਇਸ ਵਾਸਤੇ ਇਸ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈਗਾ। ਇਹ ਤਕਰੀਬਨ 100 ਕਿਲੋਮੀਟਰ ਲੰਬਾ ਰੋਡ ਹੈਗਾ, ਜਿਹਦੇ ਉੱਪਰ ਕੰਮ ਸ਼ੁਰੂ ਹੋ ਚੁੱਕਿਆ ਹੈਗਾ। ਤੁਸੀਂ ਦੇਖਦੇ ਅਸੀਂ ਉਸ ਸਥਾਨ 'ਤੇ ਖੜ੍ਹੇ ਹਾਂ ਜਿੱਥੋਂ ਇਹ ਰੋਡ ਹੈਗੀ ਹੈ ਮਿਲਣੀ ਹੈ। ਅਤੇ ਇਸ ਰੋਡ ਦੀ ਇੱਕ ਹੀ ਖਾਸੀਅਤ ਹੈ ਕਿ ਜਿੱਥੇ ਵੀ ਰੋਡ ਬਣਨੀ ਹੈ ਇਹ ਜ਼ਮੀਨ ਤੋਂ ਤਕਰੀਬਨ 5 ਤੋਂ 6 ਮੀਟਰ ਉੱਚੀ ਹੋਊਗੀ। ਜਿਹੜੀਆਂ ਮੌਜੂਦਾ ਸੜਕਾਂ ਨੇ ਉਹਨਾਂ ਦੇ ਉੱਪਰ ਨੂੰ ਹੀ ਲੰਘ ਕੇ ਜਾਊਗੀ। ਹੁਣ ਤੁਹਾਨੂੰ ਅਸੀਂ ਅੱਗੇ ਹੋਰ ਦਿਖਾਵਾਂਗੇ ਕਿ ਇਹ ਰੋਡ ਹੋਰ ਕਿੱਥੋਂ ਨਿਕਲ ਕੇ ਜਾਵੇਗੀ। इस हाईवे ਨੂੰ ਬਣਾਉਣ ਦੌਰਾਨ ਬਿਆਸ ਦਰਿਆ ਵੀ ਰਾਹ 'ਚ ਆਵੇਗਾ, ਪਰ ਕੋਈ ਵੀ ਪੁਲ ਦਰਿਆ 'ਚ ਨਹੀਂ ਬਣਾਇਆ ਜਾਵੇਗਾ। ਵਾਤਾਵਰਣ ਦਾ ਧਿਆਨ ਰੱਖਦੇ ਹੋਏ ਸੀ ਬ੍ਰਿਜ ਬਣਾਉਣ ਦਾ ਫੈਸਲਾ ਲਿਆ ਗਿਆ। ਕਟੜਾ ਅੰਮ੍ਰਿਤਸਰ ਦਿੱਲੀ
ਜਿਹੜੀ ਸੜਕ ਬਣ ਰਹੀ ਆ ਉਹਦੇ ਰਸਤੇ ਦੇ ਵਿੱਚ ਬਿਆਸ ਦਰਿਆ ਵੀ ਪੈਂਦਾ ਹੈਗਾ। ਬਿਆਸ ਦਰਿਆ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਸਪੈਸ਼ਲ ਇੱਕ ਇੰਸਟਰਕਸ਼ਨ ਜਾਰੀ ਕੀਤੀ ਗਈ ਕਿ ਇਸ ਦਰਿਆ ਦੇ ਵਿੱਚ ਕੋਈ ਵੀ ਪਿਲਰ ਨਹੀਂ ਹੋਵੇਗਾ, ਬਲਕਿ ਇੱਕ ਸੀ ਟਾਈਪ ਦਾ ਜਿਹੜਾ ਹੈਗਾ ਬ੍ਰਿਜ ਬਣਾਇਆ ਜਾਣਾ। ਦੇਖੋ ਦਰਿਆ ਬਹੁਤ ਬੜਾ ਫੱਟ ਹੈਗਾ, ਇਹਦਾ ਬਹੁਤ ਬੜਾ ਇਹਦਾ ਜਿਹੜਾ ਤੱਟ ਹੈ ਇੱਕ ਦੂਜੇ ਤੋਂ ਦੂਰ ਨੇ ਬਹੁਤ ਜ਼ਿਆਦਾ। ਇਸ ਲਈ ਕੀਤਾ ਗਿਆ ਇਹ ਕਿਉਂਕਿ ਜੋ ਇਸ ਦਰਿਆ ਦੇ ਵਿੱਚ ਬਹੁਤ ਸਾਰੇ ਘੜਿਆਲ ਨੇ, ਬਹੁਤ ਸਾਰੇ ਕਛੂਏ ਨੇ, ਮੱਛੀਆਂ ਨੇ ਕਈ ਕਿਸਮ ਦੀਆਂ, ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਲਈ ਇਸ ਵਾਰੀ ਇੱਥੇ ਜਿਹੜਾ ਹੈਗਾ ਦਰਿਆ ਦੇ ਵਿੱਚ ਕੋਈ ਵੀ ਪਿਲਰ ਨਹੀਂ ਬਣਨਾ, ਬਲਕਿ ਸਿਰਫ ਸੀ ਟਾਈਪ ਜਿਹੜਾ ਬ੍ਰਿਜ ਬਣਨਾ ਹੈ। ਇੱਕ ਪਾਸਿਓਂ ਸ਼ੁਰੂ ਹੋਏਗਾ ਤੇ ਦੋਨੋਂ ਪਾਸਿਓਂ ਸ਼ੁਰੂ ਕਰਕੇ ਉਹਨੂੰ ਸੈਂਟਰ ਦੇ ਵਿੱਚ ਮਿਲਾ ਦਿੱਤਾ ਜਾਊਗਾ। ਇਹ ਜਿਹੜਾ ਸੀ ਟਾਈਪ ਬ੍ਰਿਜ ਹੈਗਾ ਇਹਦੀ ਜਿਹੜੀ ਹੈਗੀ ਹੈ ਪੂਰੀ ਰਿਪੋਰਟ ਤਿਆਰ ਕਰ ਲਿੱਤੀ ਗਈ ਹੈ ਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈਗਾ ਉਹਨੇ ਇਸ ਕੰਮ ਦੇ ਜਿਹੜੇ ਠੇਕੇਦਾਰ ਨੇ ਉਹਨੂੰ ਵੀ ਇੰਸਟਰਕਸ਼ਨ ਦਿੱਤੀ ਹੈ ਕਿ ਇਸ ਪਰ ਬੜੇ ਧਿਆਨ ਨਾਲ ਕੰਮ ਕੀਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਨਾਲ ਵੀ ਜਿਹੜਾ ਜਲ ਦੇ ਜੀਵ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦਰਿਆ ਹੈਗਾ ਸਤਲੁਜ ਤੇ ਇਸ ਤੋਂ ਬਾਅਦ ਤੁਹਾਨੂੰ ਅੱਗੇ ਹੋਰ ਕਿਸੇ ਹੋਰ ਸਥਾਨ ਦੇ ਉੱਪਰ ਲੈ ਕੇ ਚੱਲਾਂਗੇ ਜਿੱਥੇ ਕਿ ਇਹ ਰੋਡ ਦਾ ਕੰਮ ਕੀਤਾ ਜਾ ਰਿਹਾ ਹੈਗਾ। ਨੈਸ਼ਨਲ ਅਥਾਰਟੀ ਆਫ ਇੰਡੀਆ ਨੇ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਤੋਂ ਇਹ ਹਾਈਵੇ ਸੰਗਰੂਰ 'ਚ ਦਾਖਲ ਹੋਵੇਗਾ ਅਤੇ ਪਠਾਨਕੋਟ ਜ਼ਿਲ੍ਹੇ ਤੋਂ ਹੋ ਕੇ ਜੰਮੂ ਕਸ਼ਮੀਰ ਨੂੰ ਚਲਾ ਜਾਵੇਗਾ ਅਤੇ ਨਕੋਦਰ ਦੇ ਨਜ਼ਦੀਕ ਤੋਂ ਸੜਕ ਦਾ ਹਿੱਸਾ ਅੰਮ੍ਰਿਤਸਰ ਦੇ ਰਾਜਾ ਸਾਂਸੀ 에ਅਰਪੋਰਟ ਤੱਕ ਬਣਾਇਆ ਜਾ ਰਿਹਾ ਹੈ। ਕਟੜਾ ਅੰਮ੍ਰਿਤਸਰ ਦਿੱਲੀ ਐਕਸਪ੍ਰੈਸਵੇ ਦਾ ਜਿਹੜਾ ਕੰਮ ਹੈਗਾ ਉਹ ਪੰਜਾਬ ਵਿੱਚ ਤਕਰੀਬਨ 45% ਤੱਕ ਪੂਰਾ ਹੋ ਚੁੱਕਿਆ ਹੈਗਾ। ਇਸ ਨੂੰ ਪੂਰਾ ਕਰਨ ਵਾਸਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈਗਾ ਉਹ ਲੰਬੇ ਸਮੇਂ ਤੋਂ ਕੰਮ ਜੁਟਿਆ ਹੈ ਤੇ ਬਹੁਤ ਜਗ੍ਹਾ ਦੇ ਉੱਪਰ ਸਟਰਕਚਰ ਬਣਾ ਦਿੱਤੇ ਗਏ ਨੇ ਤੇ ਕਈ ਜਗ੍ਹਾ ਦੇ ਉੱਪਰ ਜ਼ਮੀਨ ਨਾ ਮਿਲਣ ਕਰਕੇ ਪ੍ਰੋਬਲਮ ਆ ਰਹੀ ਹੈ। ਅੱਜ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਪ੍ਰੋਜੈਕਟ ਦੇ ਟੈਕਨੀਕਲ ਡਾਇਰੈਕਟਰ ਜੋ ਨੇ ਪਾਰਸ ਮਮਾਨੀਆ ਜੀ ਸਾਡੇ ਨਾਲ। ਮਮਾਨੀਆ ਜੀ ਤੁਹਾਡਾ जी मीडिया ਦੇ ਵਿੱਚ बहुत स्वागत है। जी मीडिया का बहुत बहुत धन्यवाद। तो ये जो प्रोजेक्ट आप पंजाब में चला रहे हैं ये कहाँ तक पहुँचा है और इसकी प्रोग्रेस रिपोर्ट क्या है? पंजाब में टोटल वैसे देखें तो 7 पैकेजेस है दिल्ली अमृतसर कटरा के। उसमें से पैकेज 6 से लेकर के 11 में पूरा काम चालू हो चुका है और पैकेज 12 जो है उसका लैंड पोजीशन की वजह से वो अभी काम चालू नहीं हो पाया है। तो मतलब ये स्टेटस है अभी पंजाब का। तो जो काम जहाँ जहाँ हुआ है वहाँ पे क्या क्या आपने बनाया है अभी तक? सारी एक्टिविटीज़ चालू हो चुकी है। अर्थवर्क से लेकर के स्ट्रक्चर्स, कलवर्ट, अंडरपासिस, आरओवीज, मेजर ब्रिजेस, माइनर ब्रिजेस, सारी एक्टिविटी चालू हो चुकी है और लगभग देखें तो 40% से 45% का काम सारे पैकेज में हो चुका है। तो ये जो रोड नया बन रहा है, एक्सप्रेस वे बन रहा है, ये किस तरह का होगा? इसकी बनतर क्या रहेगी? ये जो एक्सप्रेस वे जो है वो परपेचुअल पेमेंट रहेगा जिसका लाइफ 50 ईयर्स होगा और मतलब इसको 50 ईयर्स के लिए डिज़ाइन किया गया है। वो एक्सेस कंट्रोल रहेगा और इसका डिज़ाइन स्पीड 120 किलोमीटर पर आवर के स्पीड रहेगा और बाकी वो फ्यूचर में मतलब 8 लेन तक उसको वाइडनिंग कर पाएंगे और दूसरी वे साइड एमिनिटीज़ और बहुत सारी फैसिलिटीज़ भी रहेगी। जैसे टोटल पंजाब में देखें खाली पंजाब में ही 25 वे साइड एमिनिटीज़ रहेगी तो एवरी 40 किलोमीटर्स वे साइड एमिनिटीज़ रहेगी जिससे मतलब 40 किलोमीटर ट्रैवल करने के बाद मतलब जो रेस्ट करना है या कुछ टॉयलेट्स या सारी फैसिलिटीज़ रोड यूज़र के लिए मतलब पूरी रहेगी। और ये बहुत ही इम्पोर्टेंट प्रोजेक्ट है। जैसे दिल्ली से आपका कटरा एक कनेक्ट करेगा और दिल्ली से अमृतसर कनेक्ट करेगा तो वो रिलीजियस पॉइंट ऑफ व्यू फॉर सिख एंड हिंदूज मतलब वो दोनों के लिए बहुत ही इम्पोर्टेंट ये मतलब प्रोजेक्ट रहेगा। और इससे ट्रैवल जो पीरियड जो है वो 12 घंटे से लेकर के अभी वो 6 घंटे हो जाएगा। तो वो मतलब ट्रैवल जो रोड यूज़र है उनके लिए बहुत बहुत मतलब ये बहुत ही बड़ी वो रहेगी। मतलब कि आपके कहने का मतलब ये है कि जो ये रोड होगी इस पर ज़्यादा ट्रैफिक नहीं होगा, बाहर से ट्रैफिक नहीं आएगा और जो जाने वाले लोग हैं उनको भी आसान रहेगा और टाइम जो है उनका पहले से आधा कम हो जाएगा। इसके लिए टोल लगेंगे इस पर या नहीं लगेंगे? हाँ, टोल रहेंगे एवरी 40 किलोमीटर्स टोल रहेगा और ट्रैफिक तो रहेगा ही, ऐसा नहीं है कि ट्रैफिक नहीं रहेगा। एक्चुअली जो एग्जिस्टिंग अभी NH 44 है उसमें काफ़ी ट्रैफिक है तो वो उसका ट्रैफिक इधर डाइवर्ट हो जाएगा और जो जैसे मतलब भी स्पीड भी जैसे अपनी बढ़ जाएगी 6 घंटे हो जाएगी तो ट्रेन ट्रैफिक और दूसरे भी मतलब एयर ट्रैफिक और वो भी इसमें डाइवर्ट होकर के रोड ट्रैफिक में आएंगे। और फ्यूचर जैसे ये टूरिज़्म डेवलप होगा तो ट्रैफिक बढ़ेगी और जैसे मतलब ये स्ट्रेटेजिक पॉइंट ऑफ व्यू से भी बहुत ही कंट्री के लिए बहुत इंपॉर्टेंट प्रोजेक्ट है। जैसे मिलिट्री और मतलब जैसे पंजाब और जम्मू जो है वो बॉर्डर स्टेट्स है
तो ड्यूरिंग मतलब ये स्ट्रेटेजिक जैसे कोई पाकिस्तान से या कोई वो रहेगा तो स्ट्रेटेजिकली ये काफ़ी इंपॉर्टेंट रहेगा इसका। टोल का ये है कि ओपन टोल नहीं होगा, आपको एक बार देना है, फिर जब वापस निकलोगे आप जहाँ वहाँ टोल जाएगा इसका। हाँ, राइट ऐसा ही है। तो इसको लेकर जैसे ये रोड आपने ये बन रहा है, इस पर कहीं पे कोई प्रॉब्लम आ रही है या ज़मीन जहाँ नहीं मिली है, वो कौन सा एरिया जहाँ काम ही शुरू नहीं हुआ है? पंजाब में वैसे जैसे मैंने बताया 7 पैकेजेस है, तो उसमें 7 में से 6 चालू हो चुके हैं। 7वें पैकेज में लैंड की मतलब जैसे लैंड का पोजीशन नहीं मिल पा रहा है, तो उसकी वजह से काम चालू नहीं हो पा रहा है। अभी उसमें अभी प्रेजेंटली लगभग 57% का पैसा दे दिया है NHAI ने, मगर फिर भी पैसा देने के बाद भी लैंड नहीं मिल पा रही है, और उसकी वजह से काम मतलब चालू नहीं हो पा रहा है उधर। कौन सा एरिया है ये गुरदासपुर में पैकेज 11, ये गुरदासपुर एरिया में ये इशू है। तो जो हाँ आपने गुरदासपुर में लोगों को, किसानों को, जो ज़मीन के मालिक उनको पैसे दे दिए 50%? हाँ, पैसे मिल गए। फिर विरोध कौन कर रहा है? विरोध मतलब जो यूनियन के वो लीडर्स है वो उनका विरोध कर रहे हैं, जिसकी मतलब जिन्होंने पैसे ले लिए उनको कोई दिक्कत नहीं है, वो हमें मतलब सामने से बुला करके कहते हैं कि काम कर लो, मगर जो यूनियंस है वो बाहर से आकर के इनको डिस्टर्ब कर रही है और हमारा काम रोक रही है, उसकी वजह से काम डिले हो रहा है। ਹਾਲਾਂਕਿ ਜਿਸ ਸਮੇਂ ਤੋਂ ਲੈ ਕੇ ਇਸ ਪ੍ਰੋਜੈਕਟ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋਈਆਂ, ਫੈਸਲਾ ਲਿਆ ਗਿਆ ਕਿ ਖੇਤੀ ਦਾ ਇਲਾਕਾ ਵੀ ਹਾਈਵੇ ਦੇ ਅੰਤਰਗਤ ਆਵੇਗਾ ਅਤੇ ਕਿਸਾਨਾਂ ਨੂੰ ਜ਼ਮੀਨਾਂ ਛੱਡਣੀਆਂ ਪੈਣਗੀਆਂ। ਉਸ ਸਮੇਂ ਤੋਂ ਹੀ ਜ਼ਮੀਨ ਨੂੰ ਲੈ ਕੇ ਧਰਨਾਕਾਰੀਆਂ ਅਤੇ ਸਰਕਾਰ ਦਰਮਿਆਨ ਵਿਵਾਦ ਛਿੜਿਆ। ਦੇਸ਼ ਵਾਸੀਆਂ ਨੂੰ ਸਹੂਲਤ ਦਿੰਦੇ ਹੋਏ ਭਾਰਤ ਸਰਕਾਰ ਦੇ ਵੱਲੋਂ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ। ਦਿੱਲੀ ਤੋਂ ਚੱਲ ਕੇ ਇਹ ਐਕਸਪ੍ਰੈਸ ਹਾਈਵੇ ਕਟਰਾ ਤੱਕ ਪਹੁੰਚੇਗਾ ਅਤੇ ਇਸ ਹਾਈਵੇ ਨੂੰ ਬਣਾਉਣ ਦੇ ਲਈ ਜ਼ਮੀਨਾਂ ਸਰਕਾਰ ਦੇ ਵੱਲੋਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਅਤੇ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ, ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚੋਂ ਦੀ ਇਹ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਗੁਜ਼ਰੇਗਾ। ਹਲਕਾ ਹਰਗੋਬਿੰਦਪੁਰ ਦੇ ਮਚਰਾਵਾਂ, ਕਿਸ਼ਨਕੋਟ, ਸ਼ਕਾਲਾ ਅਤੇ ਪੇਜੋ ਚੱਕ ਪਿੰਡ ਦੀਆਂ ਜ਼ਮੀਨਾਂ ਇਸ ਐਕਸਪ੍ਰੈਸ ਹਾਈਵੇ ਦੇ ਅਧੀਨ ਆਉਂਦੀਆਂ ਹਨ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇਸ ਜਗ੍ਹਾ ਤੋਂ ਇਹ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਹ ਨਿਕਲ ਕੇ ਜਾਵੇਗਾ ਤੇ ਇੱਥੇ ਜਿਹੜਾ ਇਸ ਦਾ ਕੰਮ ਸੀ ਉਹ ਸ਼ੁਰੂਆਤ ਕਰ ਦਿੱਤੀ ਗਈ ਸੀ, ਪਰ ਕਿਸਾਨ ਜਥੇਬੰਦੀਆਂ ਨੇ ਇਸ ਕੰਮ ਨੂੰ ਇੱਥੇ ਰੁਕਵਾ ਦਿੱਤਾ, ਇਹ ਕਹਿ ਕੇ ਕਿ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ। ਪਰ ਜੇ ਗੱਲ ਕੀਤੀ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਇਸ ਐਕਸਪ੍ਰੈਸ ਹਾਈਵੇ ਦੇ ਅਧੀਨ ਆਉਂਦੀਆਂ ਹਨ, ਉਹਨਾਂ ਕਿਸਾਨਾਂ ਨੇ ਮੁਆਵਜ਼ਾ ਲੈ ਲਿਆ ਹੈ ਤੇ ਉਹਨਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਐਕਸਪ੍ਰੈਸ ਹਾਈਵੇ ਦੇ ਨਾਲ ਜਿੱਥੇ ਸਾਡੇ ਇਸ ਇਲਾਕੇ ਦੀ ਤਰੱਕੀ ਹੋਏਗੀ ਉੱਥੇ ਹੀ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ, ਕਿਉਂਕਿ ਜ਼ਮੀਨਾਂ ਨਾਲ ਲੱਗਦੀਆਂ ਹਨ ਤੇ ਜ਼ਮੀਨਾਂ ਦੇ ਭਾਅ ਵੱਧ ਜਾਣਗੇ। ਉਹਨਾਂ ਦਾ ਕਹਿਣਾ ਸੀ ਕਿ ਇਹ ਐਕਸਪ੍ਰੈਸ ਹਾਈਵੇ ਜ਼ਰੂਰ ਬਣਨਾ ਚਾਹੀਦਾ ਹੈ ਅਤੇ ਜੇਕਰ ਇਹ ਐਕਸਪ੍ਰੈਸ ਹਾਈਵੇ ਕਿਸੇ ਵਜ੍ਹਾ ਕਾਰਨ ਰੁਕ ਜਾਂਦਾ ਹੈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਜ਼ਰੂਰਤ ਹੈ ਇਸ ਐਕਸਪ੍ਰੈਸ ਹਾਈਵੇ ਦਾ ਕੰਮ ਚਲਾਉਣ ਦੀ ਅਤੇ ਇੱਥੋਂ ਇਸ ਐਕਸਪ੍ਰੈਸ ਹਾਈਵੇ ਨੂੰ ਬਣਾਉਣ ਦੀ ਅਤੇ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਆਪਣਾ ਕਦਮ ਪਿੱਛੇ ਲੈਣ ਦੀ ਜਿਹੜੀਆਂ ਇਸ ਐਕਸਪ੍ਰੈਸ ਹਾਈਵੇ ਦੇ ਰਸਤੇ 'ਚ ਰੁਕਾਵਟ ਬੰਦੀਆਂ ਨਜ਼ਰ ਆ ਰਹੀਆਂ ਨੇ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕਿਸ਼ਨਕੋਟ, ਪੇਜੋ ਚੱਕ, ਮਚਰਾਵਾ ਅਤੇ ਸਕਾਲਾ ਸਮੇਤ ਦੂਸਰੇ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਇਸ ਐਕਸਪ੍ਰੈਸ ਹਾਈਵੇ ਵਾਸਤੇ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਪਰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਇਸ ਪ੍ਰੋਜੈਕਟ ਦੇ ਕਾਰਜ 'ਚ ਰੁਕਾਵਟਾਂ ਲਿਆਈਆਂ ਜਾ ਰਹੀਆਂ ਨੇ। ਇਹ ਜਿਹੜਾ ਰੋਡ ਨਿਕਲਿਆ ਤਾਂ ਇਹਨਾਂ ਨੇ ਕੱਢ ਹੀ ਦਿੱਤਾ ਕਿ ਨਾ ਕਿ ਸਾਨੂੰ ਕੋਈ ਇਹਦੇ ਵਾਸਤੇ ਕੋਈ ਏਡਾ ਵੱਡਾ ਕੋਈ ਫਾਇਦਾ ਨਹੀਂ ਹੈਗਾ, ਜਾਂ ਸਾਡੀਆਂ ਜ਼ਮੀਨਾਂ ਤਾਂ ਰਿਕਵਾਇਰ ਹੋਈ ਚੁੱਕੀਆਂ ਨੇ, ਪੂਰਾ ਮੁਆਵਜ਼ਾ ਵੀ ਨਹੀਂ ਮਿਲਿਆ ਔਰ ਸਾਡੀਆਂ ਜ਼ਮੀਨਾਂ ਜਿਹੜੀਆਂ ਪਿੱਛੇ ਬਚਦੀਆਂ ਨੇ, ਨਾ ਕੋਈ ਸਾਨੂੰ ਇਹਦਾ ਰਸਤਾ ਮਿਲਿਆ। ਇਹਦੇ ਵਿੱਚ ਕੋਈ ਹੁਣ ਇਹ ਆਪਣਾ ਬਾਉਂਡਰੀ ਵਾਲ ਤਾਂ ਸਾਰਾ ਕਰੀ ਜਾ ਰਿਹਾ, ਕੋਈ ਸਾਡੇ ਕਿਸਾਨ ਵਾਸਤੇ ਰਸਤਾ ਵੀ ਸਾਨੂੰ ਦੱਸਣ ਨਾ ਵੀ ਤੁਹਾਨੂੰ ਇੱਥੋਂ ਲੰਘਣ ਵਾਸਤੇ ਦੱਸਤਾ, ਜਾਂ ਇਹ ਬਾਉਂਡਰੀ ਵਾਲ ਜਦੋਂ ਹੋ ਚੁੱਕੀ ਇਹਦੇ ਵਿੱਚ ਦੀ ਸਾਡਾ ਟਰੈਕਟਰ ਜਾਂ ਕੰਬਾਈਨ ਕਦੋਂ ਲੰਘਣ ਦੇਣਗੇ। ਇਹ ਤਾਂ ਇਹਨਾਂ ਨੂੰ ਕਲੀਅਰ ਕਰ ਦੇਣੀ ਚਾਹੀਦੀ ਆ ਗੱਲ। ਕੋਈ ਵੀ ਸਾਨੂੰ ਹਜੇ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ। ਹਜੇ ਸਾਡੇ ਜ਼ਮੀਨਾਂ ਦੇ ਪੈਸੇ ਵੀ ਬਾਕੀ ਮਿਸ ਖਸਰਿਆਂ ਦੇ ਬਾਕੀ ਪਏ ਆ, ਕੁਝ ਨਹੀਂ ਪਤਾ ਲੱਗਦਾ ਉਹ ਕਦੋਂ ਮਿਲਦੇ ਆ। ਜਿਹੜੇ ਮਿਲ ਚੁੱਕੇ ਆ ਉਹ ਮਿਲ ਚੁੱਕੇ, ਹੁਣ ਕੋਈ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਹਰ ਦਿਨ ਇੱਥੇ ਆ ਕੇ ਤੇ ਘੇਰਾ ਪਾਇਆ ਜਾਂਦਾ, ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ। ਅਸੀਂ ਕਹਿੰਦੇ ਵੀ ਕੋਈ ਡਿਵੈਲਪਮੈਂਟ ਨਹੀਂ ਰੋਕਦੇ, ਪਰ ਜਿਹੜਾ ਸਰਕਾਰ ਨੇ ਵਿਸ਼ਵਾਸ ਦਵਾਇਆ ਸਾਨੂੰ ਕਿਸਾਨ ਜਥੇਬੰਦੀ ਨੂੰ ਕਿ ਅਸੀਂ ਪੈਸੇ ਪਾ ਕੇ ਤੇ ਫੇਰ ਕਬਜ਼ਾ ਲਵਾਂਗੇ, ਅਸੀਂ ਕਹਿੰਦੇ ਵੀ ਪੈਸੇ ਪਾ ਦਿਓ, ਜਿਹੜਾ ਨਵਾਂ ਅਵਾਰਡ ਹੋਇਆ ਉਹਦੇ ਹਿਸਾਬ ਨਾਲ ਸਾਡੇ ਖਾਤੇ 'ਚ ਪੈਸੇ ਪਾਓ ਤੇ ਆ ਕੇ ਤੇ ਕਬਜ਼ਾ ਲੈ ਲਓ, ਸਾਡੇ ਮੰਗ ਮਸਲੇ ਜਿਹੜੇ ਉਹ ਹੱਲ ਕਰੋ। ਸਾਡੀ ਟੀਮ ਨੇ ਜਦੋਂ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਤਾਂ ਪਿੰਡ ਕਿਸ਼ਨਕੋਟ,
ਪੇਜੋ ਚੱਕ, ਮਚਾਰਵਾ ਅਤੇ ਸਕਾਲਾ ਦੇ ਕਿਸਾਨ ਨੇੜੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਨਿਰਮਾਣ ਨੂੰ ਰੋਕ ਕੇ ਬੈਠੇ ਬਾਹਰੀ ਧਰਨਾਕਾਰੀਆਂ ਦਾ ਸਥਾਨਕ ਕਿਸਾਨਾਂ ਅਤੇ ਪੰਚਾਇਤ ਨੇ ਸਖਤ ਵਿਰੋਧ ਕੀਤਾ। ਇਹ ਕਟੜਾ ਐਕਸਪ੍ਰੈਸ ਹਾਈਵੇ 'ਚ ਆ ਰਹੀ ਹੈ ਜ਼ਮੀਨ, ਇਹ ਰੋਡ ਦਾ ਬਹੁਤ ਜ਼ਿਆਦਾ ਫਾਇਦਾ ਜੀ। ਇਹ ਕਿਉਂਕਿ ਸਾਡੇ ਤੇ ਭਾਗ ਖੁੱਲੇ ਆ ਲਾਗੇ ਜਿਹੜਾ ਰੋਡ ਨਿਕਲਦੀ ਆ, ਨਹੀਂ ਤੇ ਸਾਡੇ ਲਾਗੋਂ ਤੇ ਲਿੰਕ ਰੋਡ ਹੀ ਇਹ ਮੇਨ ਰੋਡ ਨਿਕਲ ਰਿਹਾ। ਕਿੰਨਾ ਕੁ ਫਾਇਦਾ ਹੋਊਗਾ ਇਹਦੇ ਬਣਨ ਦਾ? ਜਿਹੜਾ ਦਿੱਲੀ ਅਸੀਂ ਪੂਰੀ ਦਿਹਾੜੀ 'ਚ ਜਾਂਦੇ ਨਾ, ਇਹ 2-3 ਘੰਟੇ 'ਚ ਅਸੀਂ ਪਹੁੰਚ ਜਾ ਕਰਨਾ। ਇਹ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਯਾਦ ਰੱਖਣਗੀਆਂ ਵੀ ਡਿਵੈਲਪ ਹੋਈ ਆ, ਪੁਰਾਣੇ ਵੀ ਜੋ ਬਣ ਗਏ ਆ। ਤੇ ਪਹਿਲਾਂ ਤੇ ਬਹੁਤ ਸਹੂਲਤ ਘੱਟ ਸੀ ਤੇ ਹੁਣ ਇਹਦਾ ਫਾਇਦਾ ਹੀ ਹੈ। ਉਹ ਲਾਗੇ ਜ਼ਮੀਨਾਂ ਦੇ ਰੇਟ ਵਧਣਗੇ, ਕੋਈ ਆਪਣੇ ਹੋਰ ਕਾਰੋਬਾਰ ਕਰ ਸਕਦੇ ਆ। ਦਿੱਲੀ ਆਉਣ ਜਾਣ ਦੀ ਸਹੂਲਤ ਹੈ, ਇੱਧਰ ਗੁਰਦਾਸਪੁਰ ਕਟੜਾ ਜਾਣ ਦੀ ਸਹੂਲਤ ਹੈ। ਫਾਇਦਾ ਹੀ ਜ਼ਿਆਦਾ, ਨੁਕਸਾਨ ਕੋਈ ਨਹੀਂ। ਪਿੰਡ ਮਚਰਾਏ, ਪੇਜੋ ਚੱਕ, ਕਿਸ਼ਨਕੋਟ ਤੇ ਸ਼ਕਾਲਾ ਤੇ ਕਿਸਾਨਾਂ ਅਤੇ ਪੰਚਾਇਤਾਂ ਨੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਵਕਾਲਤ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਇਸ ਪ੍ਰੋਜੈਕਟ ਲਈ ਦੇਣ ਤੋਂ ਕੋਈ ਇਤਰਾਜ਼ ਨਹੀਂ ਹੈ ਤਾਂ ਇਹ ਬਾਹਰੀ ਲੋਕ ਕਿਉਂ ਇੱਥੇ ਧਰਨੇ ਪ੍ਰਦਰਸ਼ਨ ਕਰਕੇ ਮਾਹੌਲ ਖਰਾਬ ਕਰ ਰਹੇ ਨੇ। ਦੇਖੋ ਜੀ, ਉਹ ਜਿਹੜੇ ਕਿਸਾਨ ਉਹਨਾਂ ਦੀ ਸਾਡੇ ਨਾਲ ਤੇ ਅਜੇ ਤੱਕ ਸਾਡੇ ਕੋਲ ਤਾਂ ਉਹਨਾਂ ਕਦੀ ਕੋਈ ਪਹੁੰਚ ਕੀਤੀ ਨਹੀਂ ਵੀ ਤੁਹਾਡੇ ਤੋਂ ਤੁਹਾਡੀ ਪੈਲੀ ਆਈ ਆ, ਤੁਸੀਂ ਜ਼ਿਮੀਂਦਾਰ ਹੋ, ਤੁਹਾਡੀਆਂ ਮੰਗਾਂ ਕੀ ਨੇ। ਮਤਲਬ ਸਾਡੇ ਕੋਲ ਤਾਂ ਕਦੀ ਪੁੱਛਿਆ ਹੀ ਨਹੀਂ ਉਹਨਾਂ ਨੇ ਆ ਕੇ ਸਾਡੀਆਂ ਹੋ ਸਕਦਾ ਸਾਡੀਆਂ ਕੁਝ ਮੰਗਾਂ ਹੋਣ, ਜਾਇਜ਼ ਹੋਣ, ਗੌਰਮੈਂਟ ਮੰਗ ਵੀ ਲੈ ਤੇ ਉਹ ਮੰਗਾਂ ਸਾਡੇ ਨਹੀਂ। ਲੇਕਿਨ ਅਸੀਂ ਉਹਦੇ ਵਿੱਚ ਤਿਆਰ ਹਾਂ, ਮਤਲਬ ਆਪਾਂ ਕਬਜ਼ਾ ਦੇਣ ਨੂੰ, ਕਬਜ਼ਾ ਅਸੀਂ ਤੇ ਦੇ ਵੀ ਦਿੱਤਾ ਜੀ, ਤਿਆਰ ਨਹੀਂ ਅਸੀਂ ਦੇ ਦਿੱਤਾ ਕਬਜ਼ਾ। ਤੁਸੀਂ ਚਾਹੁੰਦੇ ਹੋ ਕਿ ਬਣਨਾ ਚਾਹੀਦਾ? ਅਸੀਂ ਚਾਹੁੰਦੇ ਹਾਂ। ਮੈਂ ਕਹਿੰਦਾ ਜੀ ਬਹੁਤ ਵੇਖੋ ਜੀ, ਐਗਜ਼ਿਟ ਪੁਆਇੰਟ ਆ ਇੱਕ, ਜਿੱਥੋਂ ਦੀ ਰੋਡ ਵਧੀਆ ਨਿਕਲ ਜਾਂਦਾ ਵਾ, ਇਲਾਕੇ ਦੀ ਡਿਵੈਲਪਮੈਂਟ ਹੋਏਗੀ। ਪਠਾਨਕੋਟ ਵਾਸੀਆਂ ਨੇ ਦੇਸ਼ ਦੀ ਤਰੱਕੀ ਲਈ ਬਣ ਰਹੇ ਇਸ ਧਾਰਮਿਕ ਐਕਸਪ੍ਰੈਸਵੇ ਕਹੇ ਜਾਣ ਵਾਲੇ ਹਾਈਵੇ ਦੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕੰਮ ਦੀ ਸ਼ਲਾਘਾ ਵੀ ਕੀਤੀ। 50 ਸਾਲ ਜੀਣ ਵਾਲਾ ਬੰਦਾ 75-80 ਸਾਲ ਜੀ ਗਿਆ। ਇਹ ਇਸ ਤਰੀਕੇ ਦੀ ਜਿਹੜੇ ਸੁਵਿਧਾਵਾਂ ਮਿਲਣਗੀਆਂ ਤੇ ਫਿਰ ਜਿਸ ਜਗ੍ਹਾ ਤੋਂ ਇਹ ਰੋਡ ਨਿਕਲੇਗੀ ਤੇ ਉਸ ਜਗ੍ਹਾ ਦੇ ਵੀ ਲੋਕੀ, ਉਸ ਜਗ੍ਹਾ ਦੀਆਂ ਵੀ ਜ਼ਮੀਨਾਂ ਲਾਈਵ ਹੋਣਗੀਆਂ। ਉੱਥੇ ਵੀ ਇਸ ਤਰੀਕੇ ਸੁਵਿਧਾਵਾਂ ਮਿਲਣ ਦੇ ਨਾਲ ਉੱਥੇ ਵੀ ਖੁਸ਼ਹਾਲੀ ਆਏਗੀ। ਜਿਹੜੇ ਗੱਡੀਆਂ ਚੱਲਣਗੀਆਂ, ਕੋਈ ਪੈਟਰੋਲ ਪਵਾ ਰਿਹਾ, ਕਿਤੇ ਕਲਸਟਰ ਪੁਆਇੰਟ ਬਣ ਰਹੇ ਨੇ, ਕਿਤੇ ਰੋਜ਼ਗਾਰ ਮਿਲ ਰਿਹਾ। ਇਹ ਸਾਰੇ ਸਿਲਸਿਲੇ ਜਿਸਲੇ ਇੱਕ ਤਰੀਕੇ ਨਾਲ ਡਿਵੈਲਪ ਹੋ ਜਾਂਦੇ ਨੇ ਤੇ ਇਹ ਮੰਨਿਆ ਜਾਂਦਾ ਕਿ ਉਸਲੇ ਉਹ ਸਮਾਜ, ਉਸਲੇ ਉਹ ਦੇਸ਼, ਉਸਲੇ ਉਹ ਰਾਸ਼ਟਰ ਵੀ ਡਿਵੈਲਪਡ ਹੋ ਗਿਆ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਲੁਧਿਆਣਾ ਵਿੱਚੋਂ ਵੀ ਨਿਕਲ ਕੇ ਜਾਣਾ ਹੈ, ਜਿਸ ਦਾ ਲੁਧਿਆਣਾ ਦੇ ਸਨਅਤਕਾਰਾਂ ਤੇ ਲੁਧਿਆਣਾ ਦੀ ਇੰਡਸਟਰੀ ਨੂੰ ਕਾਫੀ ਫਾਇਦਾ ਹੋਵੇਗਾ। ਦੇਖੋ, ਮੈਂ ਤੁਹਾਨੂੰ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਭਾਰਤ ਸਰਕਾਰ ਨੇ ਇੰਡੀਆ ਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਪਰ ਜ਼ੋਰ ਲਗਾਇਆ ਹੈ, ਮੋਦੀ ਜੀ ਦੀ ਕਮਾਂਡ ਦੇ ਵਿੱਚ ਗਡਕਰੀ ਸਾਹਿਬ ਨੇ, ਇਹਦੀ ਸ਼ਲਾਘਾ ਕਰਦੇ ਹਾਂ ਅਸੀਂ ਇੰਡਸਟਰੀ ਵਾਲੇ, ਐਜ਼ ਏ ਇੰਡਸਟਰੀਲਿਸਟ, ਐਜ਼ ਏ ਰਿਪਰੈਜ਼ੈਂਟੇਟਿਵ ਆਫ ਇੰਡਸਟਰੀ, ਜਾਂ ਖਾਸ ਕਰਕੇ ਇੱਕ ਅਸੀਂ ਜੇ ਆਪਣੇ ਆਪ ਨੂੰ ਦੇਸ਼ ਵਾਸੀ ਕਹਿੰਦੇ ਹਾਂ ਨਾ ਜੀ, ਜਦੋਂ ਇਹਦੇ ਨਾਲ ਟਾਈਮ ਬਚੇਗਾ, ਟਰੈਵਲਿੰਗ ਟਾਈਮ ਬਚੇਗਾ, ਟਰੈਵਲਿੰਗ ਟਾਈਮ ਦੇ ਨਾਲ ਸਾਡੀ ਪੈਸਾ ਬਚੇਗਾ, ਫਿਊਲ ਬਚੇਗਾ ਤੇ ਮਟੀਰੀਅਲ ਦੀ ਟ੍ਰਾਂਜ਼ਿਟ ਬੜੀ ਫਾਸਟ ਹੋ ਜਾਏਗੀ। ਮੈਂ ਤਾਂ ਰਿਕੁਐਸਟ ਕਰਦਾ ਕਿ ਇਹਨੂੰ ਤੁਸੀਂ ਦਿੱਲੀ ਕਟੜਾ ਕੀਤਾ ਵਾ, ਇਹਦੇ ਨਾਲ ਲੁਧਿਆਣੇ ਦੇ ਸਾਈਕਲ ਸਨਅਤਕਾਰ ਜਿਹੜੇ ਦਿੱਲੀ ਤੱਕ ਜਾ ਕੇ ਅੱਗੋਂ ਫਲਾਈਟਸ ਲੈਂਦੇ ਨੇ ਜਾਂ ਵਪਾਰ ਕਰਨ ਜਾਂਦੇ ਨੇ, ਉਹਨਾਂ ਦਾ ਟਾਈਮ, ਟਰੈਵਲਿੰਗ ਟਾਈਮ ਘਟ ਗਿਆ। ਨਾਲ ਹੀ ਰਿਕੁਐਸਟ ਕਰਦਾ ਕਿ ਮੋਦੀ ਜੀ, ਗਡਕਰੀ ਸਾਹਿਬ, ਤੁਸੀਂ ਇਹਨੂੰ ਦਿੱਲੀ ਕਟੜਾ ਨਹੀਂ, ਕਟੜੇ ਤੋਂ ਜਿਹੜਾ ਤੁਸੀਂ ਦੇ ਰਹੇ ਹੋ ਫਰੇਟ ਕੋਰੀਡੋਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹਨੂੰ ਕਲਕੱਤੇ ਤੇ ਬੰਬੇ ਨੂੰ ਜੁਆਇਨ ਕਰਾ ਦਿਓ ਤਾਂ ਕਿ ਸਾਡੇ ਮਟੀਰੀਅਲ ਦੀ ਸ਼ਿਪਮੈਂਟ ਤੇਜ਼ ਹੋ ਜਾਣ। ਬਹੁਤ ਜਗ੍ਹਾ ਦੇ ਉੱਪਰ ਗੱਲ ਕੀਤੀ ਤੇ ਇਹ ਗੱਲ ਇਹੀ ਸਾਹਮਣੇ ਆਈ ਹੈ ਕਿ ਕਈ ਥਾਂ ਦੇ ਉੱਪਰ ਜਿਹੜਾ ਪ੍ਰੋਜੈਕਟ ਹੈਗਾ, ਜ਼ਮੀਨ ਨਾ ਮਿਲਣ ਦੇ ਕਾਰਨ ਅੱਗੇ ਨਹੀਂ ਵਧ ਰਿਹਾ ਹੈਗਾ। ਗੁਰਦਾਸਪੁਰ ਜਿਹੜਾ ਹੈਗਾ ਪੰਜਾਬ ਦਾ ਇੱਕ ਪਾਕਟ ਜਿਹੜੀ ਹੈਗੀ ਗੁਰਦਾਸਪੁਰ ਵਾਲੀ, ਉੱਥੇ ਬਿਲਕੁਲ ਕੰਮ ਨਹੀਂ ਹੋਇਆ, 0% ਕੰਮ ਹੋਇਆ ਕਿਉਂਕਿ ਇੱਥੇ ਜ਼ਮੀਨ ਨਹੀਂ ਮਿਲ ਪਾਈ ਹੈਗੀ ਹੈ। ਤੇ ਜ਼ਮੀਨ ਮਿਲਦੀ ਹੈ ਤਾਂ ਇਹ ਪ੍ਰੋਜੈਕਟ ਪੂਰਾ ਹੋਊਗਾ ਤੇ ਸਾਰੇ ਅਧਿਕਾਰੀਆਂ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਨਾਲ ਜਿਹੜੀ ਉਹ ਆਸ਼ਵਤ ਹੈ ਕਿ ਸਾਨੂੰ ਇਹ ਜ਼ਮੀਨ ਮਿਲ ਜਾਣੀ, ਜਿਹੜੇ ਡੀਸੀ ਜਾਂ ਤੁਹਾਨੂੰ ਜ਼ਮੀਨ ਦਿਲਵਾ ਦੇਣਗੇ। ਉਹਦੇ ਬਾਅਦ ਇਹ ਜਿਹੜਾ ਪ੍ਰੋਜੈਕਟ ਹੈ ਦਸੰਬਰ 2024 ਤੱਕ ਪੂਰਾ ਕਰ ਦਿੱਤਾ ਜਾਵੇਗਾ। ਕੈਮਰਾਮੈਨ ਅਸ਼ਵਿਨ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਗੁਰਦਾਸਪੁਰ।